ਪ੍ਰੇਜ਼ ਦ ਲਾਰਡ ਜੀਸਸ ਕ੍ਰਾਈਸਟ। ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਇਸ ਖਾਸ ਵਿਸ਼ਲੇਸ਼ਣ ਵਿੱਚ। ਅੱਜ ਆਪਾਂ ਪਾਸਟਰ ਐਲਵਿਸ ਦੇ ਇੱਕ ਬਹੁਤ ਹੀ ਦਿਲਚਸਪ ਉਪਦੇਸ਼ ਨੂੰ ਡੀਕੋਡ ਕਰਨ ਜਾ ਰਹੇ ਹਾਂ, ਜੋ ਕਿ ਅਧਿਆਤਮਿਕ ਪਵਿੱਤਰਤਾ ਜਾਂ ਕਹਿ ਲਓ ਨਿਰਦੋਸ਼ਤਾ ਤੇ ਆਧਾਰਿਤ ਹੈ। ਬਿਨਾਂ ਕਿਸੇ ਦੇਰੀ ਦੇ ਆਓ ਇਸ ਅਧਿਆਤਮਿਕ ਢਾਂਚੇ ਨੂੰ ਬਹੁਤ ਹੀ ਸਰਲ ਅਤੇ ਨਿਰਪੱਖ ਤਰੀਕੇ ਨਾਲ ਸਮਝੀਏ। ਹੁਣ ਇੱਥੇ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਕੋਈ ਵਿਅਕਤੀ ਅਸਲ ਵਿੱਚ ਪੂਰੀ ਤਰ੍ਹਾਂ ਨਿਰਦੋਸ਼ ਕਿਵੇਂ ਬਣ ਸਕਦਾ ਹੈ। ਮਤਲਬ ਆਪਾਂ ਸਾਰੇ ਇਨਸਾਨ ਹਾਂ, ਆਪਣੀਆਂ ਕਮਜ਼ੋਰੀਆਂ ਨੇ, ਖਾਮੀਆਂ ਨੇ, ਤਾਂ ਫਿਰ ਇੱਕ ਬ੍ਰਹਮ ਸਿਰਜਣਹਾਰ ਦੇ ਸਾਹਮਣੇ ਪੂਰੀ ਤਰ੍ਹਾਂ ਬੇਕਸੂਰ ਕਿਵੇਂ ਖੜੇ ਹੋ ਸਕਦੇ ਹਾਂ। ਇਹ ਉਪਦੇਸ਼ ਇਸੇ ਬੁਝਾਰਤ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦਾ ਹੈ। ਚਲੋ ਸਿੱਧਾ ਇਸ ਦੇ ਅੰਦਰ ਚਲਦੇ ਹਾਂ। ਆਪਾਂ ਇਸ ਨੂੰ 6 ਮੁੱਖ ਹਿੱਸਿਆਂ ਵਿੱਚ ਵੰਡਿਆ ਹੈ। ਨਿਰਦੋਸ਼ਤਾ ਦਾ ਟੀਚਾ, ਪਵਿੱਤਰ ਆਤਮਾ ਦੀ ਅਗਵਾਈ, ਗ੍ਰੰਥਾਂ ਰਾਹੀਂ ਸੁਧਾਰ, ਚਰਚ ਦਾ ਰੋਲ, ਦੁਨਿਆਵੀ ਦੋਸ਼ਾਂ ਦਾ ਸਾਹਮਣਾ ਅਤੇ ਅਖੀਰ ਵਿੱਚ ਸਵਰਗ ਵਿੱਚ ਨਿਰਦੋਸ਼ ਖੜੇ ਹੋਣਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਗ ਪਹਿਲੇ ਦੀ, ਨਿਰਦੋਸ਼ਤਾ ਦਾ ਟੀਚਾ। ਸਰੋਤੇ ਮੁਤਾਬਿਕ ਨਿਰਦੋਸ਼ਤਾ ਦਾ ਅਸਲ ਮਤਲਬ ਬਿਲਕੁਲ ਇੱਕ ਛੋਟੇ ਬੱਚੇ ਵਰਗੀ ਮਾਸੂਮੀਅਤ ਹੈ। ਪਾਸਟਰ ਐਲਵਿਸ ਇਸ ਗੱਲ ਤੇ ਪੂਰਾ ਜ਼ੋਰ ਦਿੰਦੇ ਨੇ ਕਿ ਜਦੋਂ ਤੱਕ ਕੋਈ ਬੱਚਿਆਂ ਵਾਂਗ ਭੋਲਾ ਨਹੀਂ ਬਣਦਾ, ਉਹ ਰੱਬੀ ਇਨਸਾਫ ਨੂੰ ਪਾਰ ਕਰਕੇ ਸਵਰਗ ਵਿੱਚ ਨਹੀਂ ਜਾ ਸਕਦਾ। ਇਹ ਇੱਕ ਕਮਾਲ ਦਾ ਰੂਪਕ ਹੈ ਨਾ, ਮਤਲਬ ਬਿਲਕੁਲ ਸਾਫ਼ ਮਨ ਦੀ ਡਿਮਾਂਡ ਕੀਤੀ ਗਈ ਹੈ। ਅਤੇ ਇਹ ਚੀਜ਼ ਇਨਸਾਨੀ ਸੋਚ ਅਤੇ ਰੱਬ ਦੇ ਸਟੈਂਡਰਡਸ ਦੇ ਵਿਚਕਾਰਲਾ ਫਰਕ ਬਹੁਤ ਵਧੀਆ ਤਰੀਕੇ ਨਾਲ ਦਰਸਾਉਂਦੀ ਹੈ। ਆਮ ਤੌਰ ਤੇ ਆਪਾਂ ਇਨਸਾਨ ਆਪਣੇ ਆਪ ਨੂੰ ਠੀਕ ਹੀ ਮੰਨ ਲੈਂਦੇ ਹਾਂ। ਉਪਦੇਸ਼ ਵਿੱਚ ਬਾਈਬਲ ਦੇ ਅਯੂਬ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਨੇ ਕਿਹਾ ਸੀ ਕਿ ਉਸਨੇ ਕੋਈ ਵੱਡਾ ਪਾਪ ਨਹੀਂ ਕੀਤਾ, ਪਰ ਸਰੋਤ ਕਹਿੰਦਾ ਹੈ ਕਿ ਰੱਬ ਦੇ ਸਾਹਮਣੇ ਸਾਡੀ ਇਹ ਇਨਸਾਨੀ ਸੋਚ ਫੇਲ ਹੋ ਜਾਂਦੀ ਹੈ। ਰੱਬੀ ਪਵਿੱਤਰਤਾ ਦਾ ਮਾਪਦੰਡ ਨਾ ਬਿਲਕੁਲ ਹੀ ਵੱਖਰਾ ਹੈ। ਅੱਗੇ ਵਧਦੇ ਹਾਂ ਭਾਗ ਦੂਜੇ ਵੱਲ, ਪਵਿੱਤਰ ਆਤਮਾ ਦੀ ਅਗਵਾਈ। ਹੁਣ ਇਸ ਟੀਚੇ ਤੱਕ ਪਹੁੰਚਣ ਲਈ ਸਰੋਤ ਕਹਿੰਦਾ ਹੈ ਕਿ ਰੱਬ ਨੇ 3 ਟੂਲ ਯਾਨੀ ਤਰੀਕੇ ਦਿੱਤੇ ਨੇ। ਪਹਿਲਾ ਹੈ ਪਵਿੱਤਰ ਆਤਮਾ। ਯੋਹੰਨਾ 16:8 ਦਾ ਹਵਾਲਾ ਇੱਥੇ ਬਹੁਤ ਅਹਿਮ ਹੈ। ਪਾਸਟਰ ਐਲਵਿਸ ਦੇ ਅਨੁਸਾਰ ਪਵਿੱਤਰ ਆਤਮਾ ਸਾਡੇ ਅੰਦਰ ਇੱਕ ਗਾਈਡ ਵਾਂਗ ਕੰਮ ਕਰਦੀ ਹੈ। ਇਹ ਲਗਾਤਾਰ ਸਾਡੀਆਂ ਉਹਨਾਂ ਗਲਤੀਆਂ ਨੂੰ ਉਜਾਗਰ ਕਰਦੀ ਹੈ ਜੋ ਸ਼ਾਇਦ ਆਪਾਂ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਤਾਂ ਜੋ ਕੋਈ ਵੀ ਆਪਣੇ ਗੁਨਾਹਾਂ ਤੋਂ ਅਣਜਾਣ ਨਾ ਰਹਿ ਜਾਵੇ। ਇਸ ਨੂੰ ਇੱਕ ਸਪਸ਼ਟ 3 ਕਦਮਾਂ ਵਾਲੇ ਪ੍ਰੋਸੈਸ ਵਜੋਂ ਦੱਸਿਆ ਗਿਆ ਹੈ। ਅਤੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਰੋਤ ਮੁਤਾਬਿਕ ਇਹ ਸਾਰਾ ਕੁਝ ਧਰਤੀ ਤੇ ਜਿਉਂਦੇ ਜੀ ਹੀ ਪੂਰਾ ਹੋਣਾ ਚਾਹੀਦਾ ਹੈ, ਅੰਤਿਮ ਫੈਸਲੇ ਤੋਂ ਬਹੁਤ ਪਹਿਲਾਂ। ਪਹਿਲਾ ਕਦਮ ਆਤਮਾ ਨੂੰ ਗ੍ਰਹਿਣ ਕਰਨਾ, ਦੂਜਾ ਆਪਣੀਆਂ ਅੰਦਰੂਨੀ ਕਮੀਆਂ ਨੂੰ ਪਹਿਚਾਨਣਾ ਅਤੇ ਤੀਜਾ ਇੱਥੇ ਧਰਤੀ ਤੇ ਹੀ ਆਪਣੇ ਸੁਭਾਅ ਨੂੰ ਠੀਕ ਕਰਨਾ। ਕਹਿਣ ਦਾ ਮਤਲਬ ਇਹ ਇੱਕ ਲਗਾਤਾਰ ਸਵੈ-ਸੁਧਾਰ ਦੀ ਪ੍ਰਕਿਰਿਆ ਹੈ। ਆਓ ਹੁਣ ਤੀਜੇ ਭਾਗ ਤੇ ਚੱਲਦੇ ਹਾਂ, ਗ੍ਰੰਥਾਂ ਰਾਹੀਂ ਸੁਧਾਰ। ਹੁਣ ਇੱਥੇ ਦਿਲਚਸਪ ਗੱਲ ਇਹ ਨਿਕਲ ਕੇ ਆਉਂਦੀ ਹੈ ਕਿ ਇਹ ਉਪਦੇਸ਼ ਬਾਈਬਲ ਦੀਆਂ 66 ਕਿਤਾਬਾਂ ਨੂੰ ਇੱਕ ਬਹੁਤ ਹੀ ਜ਼ਰੂਰੀ ਸ਼ੀਸ਼ੇ ਵਜੋਂ ਪੇਸ਼ ਕਰਦਾ ਹੈ। 2 ਤਿਮੋਥੀਅਸ 3:16 ਦਾ ਇਹ ਹਵਾਲਾ ਸਾਫ਼ ਦੱਸਦਾ ਹੈ ਕਿ ਧਰਮ ਗ੍ਰੰਥ ਸਾਨੂੰ ਸਿਖਾਉਣ, ਛਿੜਕਣ ਅਤੇ ਧਾਰਮਿਕਤਾ ਵਿੱਚ ਟ੍ਰੇਨਿੰਗ ਦੇਣ ਲਈ ਨੇ। ਇਹ ਗ੍ਰੰਥ ਸਾਡੀਆਂ ਅਧਿਆਤਮਿਕ ਗਲਤੀਆਂ ਨੂੰ ਸਾਹਮਣੇ ਲਿਆਉਣ ਲਈ ਇੱਕ ਸ਼ੀਸ਼ੇ ਦਾ ਕੰਮ ਕਰਦੇ ਨੇ। ਕਿਉਂਕਿ ਦੇਖੋ, ਸਰੋਤ ਦਾ ਮੰਨਣਾ ਹੈ ਕਿ ਇਨਸਾਨ ਸਿਰਫ ਅੰਦਾਜ਼ਾ ਲਗਾ ਕੇ ਇਹ ਤੈਅ ਨਹੀਂ ਕਰ ਸਕਦਾ ਕਿ ਕੀ ਸਹੀ ਹੈ ਤੇ ਕੀ ਗਲਤ। ਬਾਈਬਲ ਇੱਕ ਪੱਕੀ ਨਿਯਮ ਕਿਤਾਬ ਜਾਂ ਰੂਲ ਬੁੱਕ ਦਾ ਕੰਮ ਕਰਦੀ ਹੈ। ਨਿਕੋਦੇਮੁਸ ਦੀ ਕਹਾਣੀ ਅਤੇ ਜ਼ਬੂਰਾਂ ਦਾ ਹਵਾਲਾ ਦੇ ਕੇ ਇਹ ਸਮਝਾਇਆ ਗਿਆ ਹੈ ਕਿ ਵਫ਼ਾਦਾਰ ਲੋਕਾਂ ਨੂੰ ਆਪਣੀ ਨੈਤਿਕਤਾ ਲਈ ਸਿਰਫ ਗ੍ਰੰਥਾਂ ਤੇ ਹੀ ਨਿਰਭਰ ਰਹਿਣਾ ਪਵੇਗਾ। ਉਹੀ ਸਹੀ ਅਤੇ ਗਲਤ ਦੀ ਅਸਲ ਹੱਦ ਤੈਅ ਕਰਦੇ ਨੇ। ਇਸ ਤੋਂ ਬਾਅਦ ਆਉਂਦਾ ਹੈ ਭਾਗ ਚੌਥਾ, ਚਰਚ ਦੀ ਭੂਮਿਕਾ। ਇੱਥੇ 2 ਕੁਰਿੰਥੀਆਂ ਦੀਆਂ 11:2 ਦਾ ਹਵਾਲਾ ਇੱਕ ਬਹੁਤ ਹੀ ਖੂਬਸੂਰਤ ਉਦਾਹਰਣ ਪੇਸ਼ ਕਰਦਾ ਹੈ। ਸਰੋਤ ਕਹਿੰਦਾ ਹੈ ਕਿ ਚਰਚ ਅਤੇ ਇਸ ਦੇ ਪਾਸਟਰ ਆਪਣੇ ਲੋਕਾਂ ਨੂੰ ਬਿਲਕੁਲ ਉਸੇ ਤਰ੍ਹਾਂ ਤਿਆਰ ਕਰਦੇ ਨੇ ਜਿਵੇਂ ਕੋਈ ਲਾੜੀ ਨੂੰ ਬਹੁਤ ਧਿਆਨ ਨਾਲ ਸ਼ਿੰਗਾਰਦਾ ਹੈ। ਇਸ ਦੇ ਪਿੱਛੇ ਦਾ ਮਕਸਦ ਕੀ ਹੈ? ਮਕਸਦ ਇਹ ਹੈ ਕਿ ਅੰਤ ਵਿੱਚ ਵਿਸ਼ਵਾਸੀਆਂ ਨੂੰ ਇੱਕ ਪੂਰੀ ਤਰ੍ਹਾਂ ਪਵਿੱਤਰ ਅਤੇ ਬੇਦਾਗ ਰੂਪ ਵਿੱਚ ਪੇਸ਼ ਕੀਤਾ ਜਾ ਸਕੇ। ਉਪਦੇਸ਼ ਵਿੱਚ ਇਸ ਨੂੰ ਇੱਕ ਸਕੂਲ ਨਾਲ ਵੀ ਜੋੜਿਆ ਗਿਆ ਹੈ ਜੋ ਆਪਣੇ ਬੱਚਿਆਂ ਨੂੰ ਪਾਸ ਕਰਵਾਉਂਦਾ ਹੈ। ਚਰਚ ਇੱਕ ਸੇਫ ਕਮਿਊਨਿਟੀ ਯਾਨੀ ਸੁਰੱਖਿਅਤ ਭਾਈਚਾਰੇ ਵਾਂਗ ਕੰਮ ਕਰਦਾ ਹੈ। ਪਾਸਟਰ ਅਤੇ ਆਗੂ ਗਲਤੀਆਂ ਕੱਢਦੇ ਨੇ ਤਾਂ ਜੋ ਵਿਸ਼ਵਾਸੀਆਂ ਨੂੰ ਇੱਕ ਭ੍ਰਸ਼ਟ ਦੁਨੀਆ ਤੋਂ ਬਚਾ ਕੇ ਸਹੀ ਰਾਹ ਦਿਖਾਇਆ ਜਾ ਸਕੇ। ਦੁਨੀਆ ਤੋਂ ਵੱਖ ਰਹਿਣ ਅਤੇ ਅਧਿਆਤਮਿਕ ਤੌਰ ਤੇ ਕਾਮਯਾਬ ਹੋਣ ਲਈ ਇਸ ਸੁਧਾਰ ਨੂੰ ਬਹੁਤ ਜ਼ਰੂਰੀ ਮੰਨਿਆ ਗਿਆ ਹੈ। ਹੁਣ ਆਉਂਦੇ ਹਾਂ 5ਵੇਂ ਭਾਗ ਤੇ, ਦੁਨਿਆਵੀ ਦੋਸ਼ਾਂ ਤੇ ਜਿੱਤ। ਜ਼ਾਹਿਰ ਹੈ ਇਸ ਸਫ਼ਰ ਵਿੱਚ ਕਈ ਰੁਕਾਵਟਾਂ ਵੀ ਆਉਣਗੀਆਂ। ਸਰੋਤ ਮੁਤਾਬਿਕ ਵਿਸ਼ਵਾਸੀਆਂ ਨੂੰ ਦੁਨਿਆਵੀ ਦੋਸ਼, ਭੂਤਾਂ ਦੇ ਪਰਤਾਵੇ, ਸਰੀਰਕ ਬਿਮਾਰੀਆਂ ਅਤੇ ਬਾਹਰੀ ਲੋਕਾਂ ਦੇ ਗਲਤ ਇਲਜ਼ਾਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਇੱਕ ਖਾਸ ਗੱਲ ਇਹ ਦੱਸੀ ਗਈ ਹੈ ਕਿ
ਪਾਪ ਕਰਨ ਦੇ ਪਰਤਾਵੇ ਅਕਸਰ ਉਦੋਂ ਸਭ ਤੋਂ ਜ਼ਿਆਦਾ ਆਉਂਦੇ ਨੇ ਜਦੋਂ ਇਨਸਾਨ ਕਮਜ਼ੋਰ ਹੁੰਦਾ ਹੈ, ਬਿਮਾਰ ਹੁੰਦਾ ਹੈ ਜਾਂ ਗਰੀਬੀ ਵਿੱਚੋਂ ਗੁਜ਼ਰ ਰਿਹਾ ਹੁੰਦਾ ਹੈ। ਪਰ ਇੱਥੇ ਸਭ ਤੋਂ ਅਹਿਮ ਨੁਕਤਾ ਇਹ ਹੈ ਕਿ ਯਸਾਇਆ 54:17 ਇੱਕ ਬਹੁਤ ਵੱਡਾ ਭਰੋਸਾ ਦਿੰਦਾ ਹੈ। ਇੰਨੀਆਂ ਮੁਸ਼ਕਿਲਾਂ ਦੇ ਬਾਵਜੂਦ ਉਪਦੇਸ਼ ਇਹ ਵਾਅਦਾ ਕਰਦਾ ਹੈ ਕਿ ਚੁਣੇ ਹੋਏ ਪੈਰੋਕਾਰਾਂ ਲਈ ਰੱਬੀ ਸੁਰੱਖਿਆ ਅਤੇ ਅੰਤਿਮ ਜਿੱਤ ਦੀ ਪੂਰੀ ਗਾਰੰਟੀ ਹੈ। ਦੁਨੀਆ ਚਾਹੇ ਜਿੰਨੇ ਮਰਜ਼ੀ ਦੋਸ਼ ਲਗਾਵੇ, ਰੱਬੀ ਇਨਸਾਫ ਹੀ ਸਭ ਤੋਂ ਉੱਪਰ ਰਹੇਗਾ। ਕਮਾਲ ਦੀ ਗੱਲ ਹੈ, ਠੀਕ ਹੈ? ਅਤੇ ਆਖਿਰਕਾਰ ਭਾਗ 6ਵਾਂ, ਸਵਰਗ ਵਿੱਚ ਨਿਰਦੋਸ਼ ਖੜੇ ਹੋਣਾ। ਇਹ ਸਾਰਾ ਕੁਝ ਸਾਨੂੰ ਕਿੱਥੇ ਲੈ ਕੇ ਜਾਂਦਾ ਹੈ? ਅੰਤਿਮ ਧਾਰਮਿਕ ਟੀਚੇ ਵੱਲ, ਜੋ ਕਿ ਰੱਬ ਦੇ ਸਾਹਮਣੇ ਇੱਕ ਚਮਕਦਾਰ ਬੇਦਾਗ ਹਸਤੀ ਵਜੋਂ ਪੇਸ਼ ਹੋਣਾ ਹੈ, ਬਿਨਾਂ ਕਿਸੇ ਅਧਿਆਤਮਿਕ ਦਾਗ ਜਾਂ ਚੁਰੜੀ ਦੇ। ਇੱਥੇ ਨੂਹ ਦੀ ਕਿਸ਼ਤੀ ਦਾ ਬਹੁਤ ਵਧੀਆ ਰੂਪਕ ਦਿੱਤਾ ਗਿਆ ਹੈ। ਜਿਵੇਂ ਨੂਹ ਨੇ ਚੁਣ-ਚੁਣ ਕੇ ਜਾਨਵਰਾਂ ਨੂੰ ਬਚਾਇਆ ਸੀ, ਉਵੇਂ ਹੀ ਸਰੋਤ ਕਹਿੰਦਾ ਹੈ ਕਿ ਰੱਬ ਸਿਰਫ ਉਨ੍ਹਾਂ ਲੋਕਾਂ ਨੂੰ ਚੁਣਦਾ ਹੈ ਜਿਨ੍ਹਾਂ ਨੇ ਆਪਣੀ ਮਾਸੂਮੀਅਤ ਬਚਾ ਕੇ ਰੱਖੀ ਹੈ ਅਤੇ ਦੁਨੀਆ ਦੇ ਭ੍ਰਸ਼ਟਾਚਾਰ ਤੋਂ ਦੂਰ ਰਹੇ ਨੇ। ਆਓ ਦੇਖੀਏ ਕਿ ਸਾਰਾ ਵਿਸ਼ਾਕ ਕਿਵੇਂ ਇੱਕ ਦੂਜੇ ਨਾਲ ਜੁੜਦਾ ਹੈ। 1 ਥੈਸਲੁਨੀਕੀਆਂ 5:23 ਦਾ ਇਹ ਹਵਾਲਾ ਇਸ ਗੱਲ ਤੇ ਮੋਹਰ ਲਗਾਉਂਦਾ ਹੈ ਕਿ ਇੱਕ ਪੈਰੋਕਾਰ ਦੀ ਆਤਮਾ, ਪ੍ਰਾਣ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਨਿਰਦੋਸ਼ ਰੱਖਿਆ ਜਾਵੇ। ਮਤਲਬ ਪਵਿੱਤਰ ਆਤਮਾ, ਬਾਈਬਲ ਅਤੇ ਚਰਚ ਦਾ ਮਾਰਗਦਰਸ਼ਨ। ਇਹ ਸਾਰਾ ਕੁਝ ਸਿਰਫ ਇਸ ਇੱਕ ਮਕਸਦ ਲਈ ਹੈ, ਪੂਰੀ ਅਧਿਆਤਮਿਕ ਸੁਰੱਖਿਆ। ਤਾਂ ਇਸ ਸਾਰੇ ਵਿਸ਼ਲੇਸ਼ਣ ਦੇ ਅੰਤ ਵਿੱਚ ਆਪਾਂ ਇੱਕ ਬਹੁਤ ਹੀ ਡੂੰਘੇ ਸਵਾਲ ਨਾਲ ਖਤਮ ਕਰਦੇ ਹਾਂ। ਇਸ ਗੁੰਝਲਦਾਰ ਦੁਨੀਆ ਵਿੱਚ ਵੱਖ-ਵੱਖ ਭਾਈਚਾਰੇ ਪਵਿੱਤਰਤਾ ਨੂੰ ਕਿਵੇਂ ਦੇਖਦੇ ਨੇ ਅਤੇ ਇਸ ਨੂੰ ਪਾਉਣ ਲਈ ਕਿਹੜੇ ਸਿਸਟਮ ਬਣਾਉਂਦੇ ਨੇ? ਅੱਜ ਆਪਾਂ ਪਾਸਟਰ ਐਲਵਿਸ ਦੇ ਨਜ਼ਰੀਏ ਤੋਂ ਇੱਕ ਇਹੋ ਜਿਹਾ ਹੀ ਸਿਸਟਮ ਡਿਕੋਡ ਕੀਤਾ ਹੈ। ਇਹ ਵਾਕਈ ਸੋਚਣ ਤੇ ਮਜਬੂਰ ਕਰਦਾ ਹੈ ਕਿ ਇਨਸਾਨ ਦੀ ਪਵਿੱਤਰਤਾ ਦੀ ਇਹ ਪਾਲ ਕਿੰਨੀ ਵਿਆਪਕ ਹੈ। ਅਗਲੇ ਵਿਸ਼ਲੇਸ਼ਣ ਵਿੱਚ ਫਿਰ ਮਿਲਾਂਗੇ। ਤਦ ਤੱਕ ਲਈ ਖੋਜ ਕਰਦੇ ਰਹੋ ਅਤੇ ਨਵਾਂ ਸਿੱਖਦੇ ਰਹੋ।